ਲੁਧਿਆਣੇ ਦੇ ਵਿੱਚ ਰੋਸ ਮਾਰਚ ਕੱਢਿਆ ਜਾਂਦਾ ਹੈ ਵਿਵਾਦ ਨੂੰ ਲੈ ਕੇ ਤੇ ਉਸ ਤੋਂ ਬਾਅਦ ਇਹ ਸਾਹਮਣੇ ਆਉਂਦਾ ਹੈ, ਤੁਸੀਂ ਕਹਿੰਦੇ ਹੋ ਕਿ ਅਜਿਹਾ ਕਾਲਜ ਅਸੀਂ ਖੋਲਾਂਗੇ ਜਿੱਥੇ ਕੋਈ ਵੀ ਧਰਮ ਦੀ ਕੁੜੀ ਆ ਕੇ ਪੜ੍ਹ ਸਕਦੀ ਹੈ, ਆਪਣੇ ਮਨਪਸੰਦ ਪਹਿਰਾਵਾ ਜੋ ਉਹਨਾਂ ਦੇ ਧਰਮ ਵੱਲੋਂ ਦਿੱਤਾ ਗਿਆ ਉਹ ਪਾ ਸਕਦੇ ਨੇ। ਸਰਵ ਧਰਮ ਦੀ ਬੇਟੀਆਂ ਦੇ ਲਈ ਹਬੀਬ ਗਰਲਸ ਕਾਲਜ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਜਾਏਗੀ। ਜਿੱਥੇ ਅੱਜ ਦੇਸ਼ ਦੇ ਵਿੱਚ ਕੁਝ ਲੋਕਾਂ ਨੇ ਕਿਹਾ ਕਿ ਹਿਜਾਬ ਪਾ ਕੇ ਬੇਟੀ ਨੂੰ ਪੜ੍ਹਨ ਨਹੀਂ ਦੇਵਾਂਗੇ, ਕੁਝ ਲੋਕਾਂ ਨੇ ਕਿਹਾ ਵੀ ਸਾਡੀ ਫਲਾਨੀ ਯੂਨੀਫਾਰਮ ਪਾਓ। ਜਿਹੜੇ ਮਰਜ਼ੀ ਟ੍ਰਾਈਬ, ਜਿਹੜੇ ਮਰਜ਼ੀ ਕਬੀਲੇ ਦੀ ਬੇਟੀ ਆਪਣੀ ਰਿਵਾਇਤਾਂ ਦੇ ਮੁਤਾਬਕ ਜਿਸ ਮਰਜ਼ੀ ਆਪਣੇ ਰਿਵਾਇਤੀ ਲਿਬਾਸ ਦੇ ਵਿੱਚ ਆਏਗੀ। ਧਰਮ ਨੂੰ ਆਧਾਰ ਬਣਾ ਕੇ ਕਿਸੇ ਬੇਟੀ ਨੂੰ ਕੋਈ ਤਾਨਾ ਜਿਹੜਾ ਹੈ ਉਹ ਨਹੀਂ ਦਿੱਤਾ ਜਾਏਗਾ। ਮੁਸਲਿਮ ਭਾਈਚਾਰੇ ਤੇ ਵੀ ਲੋਕ ਨਿਸ਼ਾਨਾ ਸਾਧਦੇ ਨੇ ਔਰ ਕਹਿੰਦੇ ਨੇ ਕਿ ਮੁਸਲਿਮ ਭਾਈਚਾਰੇ ਦੇ ਵਿੱਚ ਕੁੜੀਆਂ ਨੂੰ ਪੜ੍ਹਾਈ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ, ਵਧਾਵਾ ਨਹੀਂ ਦਿੱਤਾ ਜਾਂਦਾ ਕਿ ਕੁੜੀਆਂ ਨੂੰ ਵੀ ਇਹ ਕਿਹਾ ਜਾਵੇ ਕਿ ਤੁਸੀਂ ਵੀ ਜਾ ਕੇ ਪੜ੍ਹੋ, ਪਰ ਤੁਸੀਂ ਬਿਲਕੁਲ ਵਿਪਰੀਤ ਕਦਮ ਚੱਕ ਰਹੇ। बेटा और बेटी ਨੂੰ ਅਸੀਂ ਇੱਕ ਸਮਾਨ ਸਮਝਦੇ, ਲੇਕਿਨ ਬੇਟੀ ਦਾ ਇਹਤਰਾਮ ਤਾਂ ਜ਼ਿਆਦਾ ਹੈ ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈहि ਵਸੱਲਮ ਨੇ ਹੁਕਮ ਦਿੱਤਾ ਕਿ ਬੇਟੀ ਖੁਦਾ ਦੀ ਰਹਿਮਤ ਹੈ ਔਰ ਬੇਟੀ ਜਿਹੜੀ ਹੈ ਪੂਰੀ ਸਮਾਜਿਕ ਵਿਵਸਥਾ ਨੂੰ ਆਪ ਚਲਾਉਣ ਦੇ ਵਿੱਚ ਸਮਰਥ ਹੈ। ਤੇ ਅਸੀਂ ਇਹ ਸਮਝਦੇ ਹਾਂ ਕਿ ਅਗਰ ਇੱਕ ਬੇਟੀ ਨੂੰ ਪੜ੍ਹਾ ਲਿਆ ਤੇ ਸਮਝੋ ਕਿ ਪੂਰੇ ਪਰਿਵਾਰ ਨੂੰ, ਪੂਰੇ ਸਮਾਜ ਨੂੰ ਅਸੀਂ ਪੜ੍ਹਾ ਲਿਆ। ਜਿਹੜੀ ਨੀਂਹ ਪੱਥਰ ਵੀ ਹੈ ਉਹ ਸਰਵ ਧਰਮਾਂ ਦੀ ਬੇਟੀਆਂ ਨੂੰ ਬੁਲਾ ਕੇ ਉਹਨਾਂ ਦੇ ਹੱਥੋਂ ਰਖਵਾਇਆ ਜਾਏਗਾ। ਪੰਜਾਬ 'ਚ ਮੈਂ ਸਮਝਦਾ ਕਿ ਸਾਨੂੰ ਬੜੀ ਲੋੜ ਸੀ ਇੱਕ ਐਸੇ ਕਾਲਜ ਦੀ ਕਿ ਜਿਸ 'ਚ ਅਸੀਂ ਇਹ ਕਹਿ ਸਕੀਏ ਕਿ ਵੀ ਹਾਂ ਇਹ ਸਿਰਫ ਬੇਟੀਆਂ ਦੇ ਲਈ ਹੈ। ਔਰ ਜਿੱਥੇ ਸਰਵ ਧਰਮਾਂ ਦੀਆਂ ਬੇਟੀਆਂ ਪੜ੍ਹਦੀਆਂ ਹੋਣ ਤੇ ਸਮਝੋ ਸਾਂਝੀ ਵਾਰਤਾ ਨੂੰ ਪੜ੍ਹਾ ਲਿਆ ਔਰ ਆਉਣ ਵਾਲਾ ਸਮਾਂ ਜਿਹੜਾ ਇਹਦੇ ਨਾਲ ਅੱਛਾ ਹੋਵੇ। ਜੋ ਕੁੜੀਆਂ ਦੀ ਐਜੂਕੇਸ਼ਨ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਬਹੁਤ ਵਧੀਆ ਹੋਏਗਾ, ਇੱਕ ਸੌਖਾ ਤਰੀਕਾ ਹੋ ਜਾਏਗਾ ਕਿ ਬੱਚਿਆਂ ਨੂੰ ਸਕੂਲ ਵੀ ਭੇਜ ਸਕਦੇ ਨੇ ਔਰ ਫੀਸਾਂ ਵੀ ਬਹੁਤ ਘੱਟ ਲੱਗਣਗੀਆਂ। ਤਾਂ ਇਸ ਕਾਲਜ ਦੇ ਵਿੱਚ ਹਰ ਧਰਮ ਦਾ ਬੱਚਾ ਹੈ ਦਾਖਲਾ ਲੈ ਸਕਦਾ ਹੈ, ਹਰ ਧਰਮ ਦੀ ਕੁੜੀ ਦਾਖਲਾ ਲੈ ਸਕਦੀ ਹੈ। ਜਿੰਨੇ ਵੀ ਨੀਡੀ ਪਰਿਵਾਰ ਨੇ ਜਿਹੜੇ ਕਿ ਆਪਣੇ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ ਔਰ ਬੱਚੇ ਘਰ ਬੈਠ ਜਾਂਦੇ ਨੇ, ਅਸੀਂ ਚਾਹਾਂਗੇ ਕਿ ਸਿੱਧਾ ਫ੍ਰੀ ਆਫ ਕਾਸਟ, ਜਿੱਦਾਂ ਆਪਾਂ ਕਹਿੰਦੇ ਵੀ ਅਸੀਂ ਚੈਰਿਟੀ ਕਰ ਰਹੇ ਹਾਂ, ਅਸੀਂ ਤਾਂ ਕਿਸੇ ਨੂੰ ਖਾਣਾ ਖਿਲਾਉਣ ਲੱਗੇ ਜੀ, ਫ੍ਰੀ ਖਿਲਾਉਣਾ, ਅਸੀਂ ਪਾਣੀ ਫ੍ਰੀ ਪਿਲਾਉਣਾ। ਕਿਹੜੇ ਕੋਰਸਿਸ ਰੱਖੇ ਜਾਣਗੇ ਕਾਲਜ ਦੇ ਵਿੱਚ? ਜਰਨਲ ਕਾਲਜ ਹੈ ਜੀ, ਜਿੱਦਾਂ ਆਮ ਕਾਲਜ ਨੇ ਸਾਰੇ, BA BEd MA ਸਪੋਰਟਸ ਦਾ ਹੋਏਗਾ, ਬਿਲਕੁਲ ਜਿੱਦਾਂ ਜਰਨਲ ਕਾਲਜ ਹੈ ਉਹੀ ਹੋਏਗਾ। ਕੋਈ ਬੇਟੀ ਅਗਰ ਚਾਹੁੰਦੀ ਹੈ ਕਿ ਮੈਨੂੰ ਮੇਰੇ ਧਰਮ ਦੇ ਆਧਾਰਿਤ ਵੀ ਕੋਈ ਸਿੱਖਿਆ 1 ਘੰਟਾ ਰੋਜ਼ ਮਿਲ ਜਾਵੇ ਤੇ ਉਹ ਲੈ ਸਕਦੀ ਹੈ, ਉਹਦੀ ਮਰਜ਼ੀ ਹੋਏਗੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਮੁਸਲਿਮ ਭਾਈਚਾਰੇ ਵੱਲੋਂ ਨਿਵੇਕਲੀ ਪਹਿਲ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਕੁੜੀਆਂ ਦੇ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ। ਪੰਜਾਬ ਦੇ ਵਿੱਚ ਕੁੜੀਆਂ ਦਾ ਕਾਲਜ ਖੋਲ੍ਹਿਆ ਜਾਣਾ ਹੈ ਜਿਹਦੇ ਵਿੱਚ ਅਜਿਹੇ ਪਰਿਵਾਰ ਤੋਂ ਜਿਹੜੀਆਂ ਕੁੜੀਆਂ ਆਉਂਦੀਆਂ ਨੇ ਜੋ ਕੁੜੀਆਂ ਦੀ ਐਜੂਕੇਸ਼ਨ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਬਹੁਤ ਵਧੀਆ ਹੋਏਗਾ, ਇੱਕ ਸੌਖਾ ਤਰੀਕਾ ਹੋ ਜਾਏਗਾ ਕਿ ਬੱਚਿਆਂ ਨੂੰ ਸਕੂਲ ਵੀ ਭੇਜ ਸਕਦੇ ਨੇ ਔਰ ਫੀਸਾਂ ਵੀ ਬਹੁਤ ਘੱਟ ਲੱਗਣਗੀਆਂ। ਹਾਲਾਂਕਿ ਪ੍ਰਾਈਵੇਟ ਸਕੂਲ ਜਿਸ ਤਰ੍ਹਾਂ ਮਨਮਰਜ਼ੀਆਂ ਕਰਦੇ ਨੇ, ਗਵਰਨਮੈਂਟ ਕਾਲਜਸ ਦੇ ਵਿੱਚ ਐਡਮਿਸ਼ਨ ਲੈਣੀ ਬਹੁਤ ਔਖੀ ਹੋ ਜਾਂਦੀ ਹੈ, ਸੀਟਸ ਬਹੁਤ ਘੱਟ ਹੁੰਦੀਆਂ ਨੇ। ਤਾਂ ਇਸ ਕਾਲਜ ਦੇ ਵਿੱਚ ਹਰ ਧਰਮ ਦਾ ਬੱਚਾ ਹੈ ਦਾਖਲਾ ਲੈ ਸਕਦਾ ਹੈ, ਹਰ ਧਰਮ ਦੀ ਕੁੜੀ ਦਾਖਲਾ ਲੈ ਸਕਦੀ ਹੈ ਔਰ ਆਪਣੀ ਪੜ੍ਹਾਈ ਦੀ ਜੋ ਇੱਛਾ ਹੈ ਉਹ ਪੂਰੀ ਕਰ ਸਕਦੀ ਹੈ। ਤੇ ਸਾਡੇ ਨਾਲ ਮੌਜੂਦ ਨੇ ਸ਼ਾਹੀ ਇਮਾਮ ਪੰਜਾਬ, ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਲੁਧਿਆਣਾ ਵਿੱਚ ਖੁੱਲ੍ਹਣ ਵਾਲੇ ਇਸ ਕਾਲਜ ਦੀ ਕੀ ਖਾਸੀਅਤ ਹੈ। ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸਭ ਤੋਂ ਪਹਿਲੇ ਤੇ ਬਹੁਤ ਵਧੀਆ ਉਪਰਾਲਾ ਮੁਸਲਿਮ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ, ਕਿਹਾ ਜਾ ਰਿਹਾ ਕਿ ਪੰਜਾਬ ਦਾ ਪਹਿਲਾ ਕੁੜੀਆਂ ਦਾ ਕਾਲਜ ਹੈ ਇਸ ਭਾਈਚਾਰੇ ਵੱਲੋਂ ਖੋਲ੍ਹਿਆ ਜਾ ਰਿਹਾ। ਹਾਲਾਂਕਿ ਸਵਾਲ ਸਭ ਤੋਂ ਪਹਿਲਾਂ ਇਹ ਕਿ ਜਦੋਂ ਲੁਧਿਆਣੇ ਦੇ ਵਿੱਚ ਰੋਸ ਮਾਰਚ ਕੱਢਿਆ ਜਾਂਦਾ ਹੈ ਵਿਵਾਦ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਇਹ ਸਾਹਮਣੇ ਆਉਂਦਾ, ਤੁਸੀਂ ਕਹਿੰਦੇ ਹੋ, ਤੁਹਾਡੀ ਬਾਈਟ ਸਾਹਮਣੇ ਆਉਂਦੀ ਹੈ, ਤੁਸੀਂ ਕਹਿੰਦੇ ਹੋ ਕਿ ਅਜਿਹਾ ਕਾਲਜ ਅਸੀਂ ਖੋਲਾਂਗੇ ਜਿੱਥੇ ਕੋਈ ਵੀ ਧਰਮ ਦੀ ਕੁੜੀ ਆ ਕੇ ਪੜ੍ਹ ਸਕਦੀ ਹੈ, ਆਪਣੇ ਮਨਪਸੰਦ ਪਹਿਰਾਵਾ ਜੋ ਉਹਨਾਂ ਦੇ ਧਰਮ ਵੱਲੋਂ ਦਿੱਤਾ ਗਿਆ ਉਹ ਪਾ ਸਕਦੇ ਨੇ। ਤਾਂ ਇੱਥੇ ਇਜਾਜ਼ਤ ਹੋਏਗੀ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤੀ ਰਹਿਮ ਕਰਨ ਵਾਲਾ ਹੈ। ਪਰਸੋਂ ਸਾਡੀ ਲੁਧਿਆਣਾ ਦੀ ਸਾਰੀਆਂ ਮਸਜਿਦਾਂ ਦੇ ਜ਼ਿੰਮੇਦਾਰਾਂ ਦੀ ਮੀਟਿੰਗ ਹੋਈ ਔਰ ਬੜੀ ਹੀ ਸਰਬਸੰਮਤੀ ਦੇ ਨਾਲ, ਖੁਸ਼ੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਲੁਧਿਆਣੇ ਦੇ ਵਿੱਚ ਸਰਵ ਧਰਮ ਦੀ ਬੇਟੀਆਂ ਦੇ ਲਈ ਹਬੀਬ ਗਰਲਸ ਕਾਲਜ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਜਾਏਗੀ। ਗਰਲਸ ਕਾਲਜ ਦੇ ਲਈ ਜਗ੍ਹਾ ਬਿਲਕੁਲ ਲੈ ਲਿੱਤੀ ਗਈ। ਇਹ ਪ੍ਰੈਕਟਿਸ ਪਹਿਲਾਂ ਤੋਂ ਚੱਲ ਰਹੀ ਸੀਗੀ ਔਰ 10 ਸਤੰਬਰ ਜਿਹੜੀ ਆਉਣ ਵਾਲੀ ਹੈ ਉਸ ਦਿਨ ਤੱਕ ਸਾਡੀ ਤਕਰੀਬਨ ਸਾਰੇ ਡਾਕੂਮੈਂਟਸ ਔਰ ਡਰਾਇੰਗਸ ਜਿਹੜੀਆਂ ਬਿਲਡਿੰਗਾਂ ਦੀਆਂ ਤਿਆਰ ਹੋਣਗੀਆਂ ਔਰ 10 ਸਤੰਬਰ ਨੂੰ ਇਸ ਗਰਲਸ ਕਾਲਜ ਦੀ ਸਥਾਪਨਾ ਜਿਹੜੀ ਹੈ ਕੀਤੀ ਜਾਏਗੀ। ਔਰ ਇਹਦੀ ਸਭ ਤੋਂ ਬੜੀ ਵਿਸ਼ੇਸ਼ਤਾ ਇਹ ਹੋਏਗੀ ਕਿ ਜਿੱਥੇ ਅੱਜ ਦੇਸ਼ ਦੇ ਵਿੱਚ ਕੁਝ ਲੋਕਾਂ ਨੇ ਕਿਹਾ ਕਿ ਅਸੀਂ ਹਿਜਾਬ ਪਾ ਕੇ ਬੇਟੀ ਨੂੰ ਪੜ੍ਹਨ ਨਹੀਂ ਦੇਵਾਂਗੇ, ਕੁਝ ਲੋਕਾਂ ਨੇ ਕਿਹਾ ਵੀ ਸਾਡੀ ਫਲਾਨੀ ਯੂਨੀਫਾਰਮ ਪਾਓ, ਤੇ ਪੰਜਾਬ ਦੀ ਧਰਤੀ ਕਿਉਂਕਿ ਸਰਵ ਸਾਂਝੀ ਵਾਰਤਾ ਦੀ ਧਰਤੀ ਹੈ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸਾਂਝੀ ਵਾਰਤਾ ਦਾ ਸੁਨੇਹਾ ਦਿੱਤਾ, ਅੱਜ ਵੀ ਪੰਜਾਬ ਉਸ ਰਿਵਾਇਤ ਦਾ ਅਮੀਨ ਹੈ ਔਰ ਪੂਰੇ ਦੇਸ਼ ਨੂੰ ਬਾਰ-ਬਾਰ, ਜਿੱਥੇ ਪੂਰੇ ਦੇਸ਼ 'ਚ ਫਿਰਕੂ ਗੱਲਾਂ ਸਾਹਮਣੇ ਆਉਂਦੀਆਂ ਕੁਝ ਜਗ੍ਹਾ ਤੋਂ, ਪੰਜਾਬ ਬਾਰ-ਬਾਰ ਉੱਥੇ ਭਾਈਚਾਰਕ ਸਾਂਝ ਦਾ ਸੁਨੇਹਾ, ਭਾਈਚਾਰਕ ਸਾਂਝ ਦੀਆਂ ਲਹਿਰਾਂ ਜਿਹੜੀਆਂ ਪੂਰੇ ਦੇਸ਼ ਵੱਲ ਭੇਜ ਰਿਹਾ।
ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਵੀ ਇਸ ਕਾਲਜ 'ਚ ਅਗਰ ਤੁਸੀਂ ਹਿਜਾਬ ਪਾ ਕੇ ਆਓ ਤਾਂ ਵੀ, ਅਗਰ ਸਰਦਾਰਾਂ ਦੀ ਬੇਟੀ ਦਸਤਾਰ ਸਜਾ ਕੇ ਆਵੇ ਤਾਂ ਵੀ, ਹਿੰਦੂਆਂ ਦੀ ਬੇਟੀ ਤਿਲਕ ਲਗਾ ਕੇ ਆਵੇ ਤਾਂ ਵੀ, ਜਿਹੜੇ ਮਰਜ਼ੀ ਟਰਾਈਬ, ਜਿਹੜੇ ਮਰਜ਼ੀ ਕਬੀਲੇ ਦੀ ਬੇਟੀ ਆਪਣੀ ਰਿਵਾਇਤਾਂ ਦੇ ਮੁਤਾਬਕ ਜਿਸ ਮਰਜ਼ੀ ਆਪਣੇ ਰਿਵਾਇਤੀ ਲਿਬਾਸ ਦੇ ਵਿੱਚ ਆਏਗੀ, ਉਹਨੂੰ ਬਿਲਕੁਲ ਸਿੱਖਿਆ ਕਰਨ ਦੀ ਇਜਾਜ਼ਤ ਹੋਏਗੀ, ਤਾਲੀਮ ਹਾਸਿਲ ਕਰਨ ਦੀ ਇਜਾਜ਼ਤ ਹੋਏਗੀ। ਧਰਮ ਨੂੰ ਆਧਾਰ ਬਣਾ ਕੇ ਕਿਸੇ ਬੇਟੀ ਨੂੰ ਕੋਈ ਤਾਨਾ ਜਿਹੜਾ ਹੈ ਉਹ ਨਹੀਂ ਦਿੱਤਾ ਜਾਏਗਾ ਜੀ। ਕਦੋਂ ਤੋਂ ਸ਼ੁਰੂਆਤ ਦਾ ਸੋਚਿਆ ਸੀਗਾ ਤੇ ਇਸ ਤਰ੍ਹਾਂ ਦੀ ਸ਼ੁਰੂਆਤ ਕੀਤੀ ਜਾਏਗੀ, ਔਰ ਕਿਹੜੀ ਥਾਂ ਤੇ ਲੁਧਿਆਣਾ ਵਿੱਚ ਕਾਲਜ ਖੋਲ੍ਹਿਆ ਜਾਣਾ? ਲੁਧਿਆਣਾ ਜਲੰਧਰ ਬਾਈਪਾਸ ਤੋਂ ਹਾਰਡਿਸ ਵਰਲਡ ਦੇ ਦਰਮਿਆਨ ਇਹਦੀ ਜਗ੍ਹਾ 3 ਏਕੜ ਜਿਹੜੀ ਉਹ ਰੱਖੀ ਗਈ ਹੈ, ਲੈ ਲਿੱਤੀ ਗਈ ਹੈ। ਔਰ 10 ਸਤੰਬਰ ਇਹ ਜਿਹੜੀ ਆਉਣ ਵਾਲੀ ਹੈ ਉਦੋਂ ਇਹਦੀ ਬਿਲਡਿੰਗ ਬਣਨੀ ਸ਼ੁਰੂ ਹੋ ਜਾਏਗੀ। ਅਗਲੇ ਸਾਲ ਇਨਸ਼ਾਅੱਲਾ ਅਸੀਂ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ ਔਰ ਉਹਦਾ ਸ਼ੁਰੂਆਤ ਜਿਹੜਾ ਹੋਏਗਾ, ਇਹਦੀ ਜਿਹੜੀ ਨੀਂਹ ਪੱਥਰ ਵੀ ਹੈ ਉਹ ਸਰਵ ਧਰਮਾਂ ਦੀ ਬੇਟੀਆਂ ਨੂੰ ਬੁਲਾ ਕੇ ਉਹਨਾਂ ਦੇ ਹੱਥੋਂ ਰਖਵਾਇਆ ਜਾਏਗਾ ਔਰ ਨਾਲ ਹੋਸਟਲ ਦੀ ਵਿਵਸਥਾ ਵੀ ਕੀਤੀ ਜਾਏਗੀ। ਔਰ ਅਸੀਂ ਇਹ ਚਾਹਾਂਗੇ ਕਿ ਜਿੰਨੇ ਵੀ ਨੀਡੀ ਪਰਿਵਾਰ ਨੇ ਜਿਹੜੇ ਕਿ ਆਪਣੇ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ ਔਰ ਬੱਚੇ ਘਰ ਬੈਠ ਜਾਂਦੇ ਨੇ, ਤੇ ਅਸੀਂ ਹੋਰ ਸਿੱਖਿਅਕ ਇਦਾਰਿਆਂ ਵਾਂਗੂ ਨਹੀਂ, ਅਸੀਂ ਚਾਹਾਂਗੇ ਕਿ ਸਿੱਧਾ ਫ੍ਰੀ ਆਫ ਕਾਸਟ, ਜਿੱਦਾਂ ਆਪਾਂ ਕਹਿੰਦੇ ਵੀ ਅਸੀਂ ਚੈਰਿਟੀ ਕਰ ਰਹੇ ਹਾਂ, ਅਸੀਂ ਤਾਂ ਕਿਸੇ ਨੂੰ ਖਾਣਾ ਖਿਲਾਉਣ ਲੱਗੇ ਜੀ, ਫ੍ਰੀ ਖਿਲਾਉਣਾ, ਅਸੀਂ ਪਾਣੀ ਫ੍ਰੀ ਪਿਲਾਉਣਾ, ਤੇ ਅਸੀਂ ਇਹ ਸਮਝਦੇ ਹਾਂ ਕਿ ਅਗਰ ਇੱਕ ਬੇਟੀ ਨੂੰ ਪੜ੍ਹਾ ਲਿਆ ਤੇ ਸਮਝੋ ਕਿ ਪੂਰੇ ਪਰਿਵਾਰ ਨੂੰ, ਪੂਰੇ ਸਮਾਜ ਨੂੰ ਅਸੀਂ ਪੜ੍ਹਾ ਲਿਆ। ਇਸ ਲਈ ਸਭ ਤੋਂ ਪਹਿਲਾਂ ਸਿੱਖਿਅਕ ਇਦਾਰਾ ਗਰਲਸ ਦਾ ਇਸ ਲਈ ਰੱਖਿਆ ਗਿਆ ਤਾਂ ਕਿ ਫਿਰ ਅਸੀਂ ਅਗਰ ਇੱਕ ਬੇਟੀ ਨੂੰ ਪੜ੍ਹਾ ਲਿਆ ਤੇ ਸਮਝੋ ਪੂਰੀ ਕੌਮ ਨੂੰ ਪੜ੍ਹਾ ਲਿਆ, ਔਰ ਜਿੱਥੇ ਸਰਵ ਧਰਮਾਂ ਦੀਆਂ ਬੇਟੀਆਂ ਪੜ੍ਹਦੀਆਂ ਹੋਣ ਤੇ ਸਮਝੋ ਸਾਂਝੀ ਵਾਰਤਾ ਨੂੰ ਪੜ੍ਹਾ ਲਿਆ ਔਰ ਆਉਣ ਵਾਲਾ ਸਮਾਂ ਜਿਹੜਾ ਇਹਦੇ ਨਾਲ ਅੱਛਾ ਹੋਏਗਾ। ਜੀ, ਕਿਹੜੇ ਕੋਰਸਸ ਰੱਖੇ ਜਾਣਗੇ ਕਾਲਜ ਦੇ ਬਿਲਕੁਲ ਵਿੱਚ? ਜਰਨਲ ਕਾਲਜ ਹੈ ਜੀ, ਜਿੱਦਾਂ ਆਮ ਕਾਲਜ ਨੇ ਸਾਰੇ, BA B.Ed MA ਲਾਅ ਕਾਲਜ ਦੀ ਇੱਕ ਉਹ ਲਵਾਂਗੇ ਆਪਣੇ ਸੈਂਟਰ, ਸਪੋਰਟਸ ਦਾ ਹੋਏਗਾ, ਬਿਲਕੁਲ ਜਿੱਦਾਂ ਜਰਨਲ ਕਾਲਜ ਹੈ ਉਹੀ ਹੋਏਗਾ। ਘੱਟ ਗਿਣਤੀਆਂ ਦੀ ਬੇਟੀਆਂ ਲਈ ਇਹ ਉਹਦੇ 'ਚ ਫੈਸਿਲਿਟੀ ਕਰਤੀ ਕਿ ਜਿਹੜੀਆਂ ਘੱਟ ਗਿਣਤੀਆਂ ਦੇ ਸੰਬੰਧਿਤ ਪੂਰੇ ਪੰਜਾਬ 'ਚ ਲੋਕ ਨੇ ਉਹ ਹੋਸਟਲ 'ਚ ਆਪਣੀ ਬੇਟੀਆਂ ਨੂੰ ਰੱਖ ਸਕਦੇ ਨੇ, ਉਹ ਪੜ੍ਹ ਸਕਦੇ ਨੇ। ਅਗਰ ਉਹ ਨਾਲ ਚਾਹਣਗੀਆਂ ਕਿ ਉਹਨਾਂ ਨੂੰ ਉਹਨਾਂ ਦੇ ਧਰਮ ਦੇ ਆਧਾਰ 'ਤੇ ਕੋਈ ਸਿੱਖਿਆ ਉਹਨਾਂ ਦੇ ਲਈ ਹੋ ਜਾਏ ਤੇ ਉਹ ਕੰਪਲੀਮੈਂਟਰੀ ਹੋਏਗੀ, ਉਹ ਸਾਰਿਆਂ ਲਈ ਨਹੀਂ ਹੋਏਗੀ, ਕੰਪਲੀਮੈਂਟਰੀ ਹੋਏਗੀ। ਕੋਈ ਬੇਟੀ ਅਗਰ ਚਾਹੁੰਦੀ ਹੈ ਕਿ ਮੈਨੂੰ ਮੇਰੇ ਧਰਮ ਦੇ ਆਧਾਰਿਤ ਵੀ ਕੋਈ ਸਿੱਖਿਆ 1 ਘੰਟਾ ਰੋਜ਼ ਮਿਲ ਜਾਵੇ ਤੇ ਉਹ ਲੈ ਸਕਦੀ ਹੈ, ਉਹਦੀ ਮਰਜ਼ੀ ਹੋਏਗੀ। ਲੇਕਿਨ ਕਾਲਜ ਜਿਹੜਾ ਉਹ ਬਿਲਕੁਲ ਜਰਨਲ ਤਾਲੀਮ ਦੇ ਉੱਤੇ ਹੋਏਗਾ। ਹਾਲਾਂਕਿ ਮੁਸਲਿਮ ਭਾਈਚਾਰੇ ਤੇ ਇਹ ਵੀ ਲੋਕ ਨਿਸ਼ਾਨਾ ਸਾਧਦੇ ਨੇ ਔਰ ਕਹਿੰਦੇ ਨੇ ਕਿ ਮੁਸਲਿਮ ਭਾਈਚਾਰੇ ਦੇ ਵਿੱਚ ਕੁੜੀਆਂ ਨੂੰ ਪੜ੍ਹਾਈ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ, ਵਧਾਵਾ ਨਹੀਂ ਦਿੱਤਾ ਜਾਂਦਾ ਕਿ ਕੁੜੀਆਂ ਨੂੰ ਵੀ ਇਹ ਕਿਹਾ ਜਾਵੇ ਕਿ ਤੁਸੀਂ ਵੀ ਜਾ ਕੇ ਪੜ੍ਹੋ, ਪਰ ਤੁਸੀਂ ਬਿਲਕੁਲ ਵਿਪਰੀਤ ਕਦਮ ਚੱਕ ਰਹੇ ਹੋ। ਪੰਜਾਬ 'ਚ ਮੈਂ ਸਮਝਦਾ ਕਿ ਸਾਨੂੰ ਬੜੀ ਲੋੜ ਸੀ ਇੱਕ ਐਸੇ ਕਾਲਜ ਦੀ ਕਿ ਜਿਹ 'ਚ ਅਸੀਂ ਇਹ ਕਹਿ ਸਕੀਏ ਕਿ ਵੀ ਹਾਂ ਇਹ ਸਿਰਫ ਬੇਟੀਆਂ ਦੇ ਲਈ ਹੈ, ਤੇ ਹੁਣ ਇਹ ਉਹ ਜ਼ਰੂਰਤ ਮੈਂ ਸਮਝਦਾ ਪੂਰੀ ਹੋਣ ਲਈ ਜਾ ਰਹੀ ਹੈ। ਇਹ ਕਾਲਜ ਜਿੱਥੇ ਉਹ ਜ਼ਰੂਰਤ ਨੂੰ ਪੂਰੀ ਕਰੇਗਾ ਉੱਥੇ ਹੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੈਕਸਟ ਇਹਨੂੰ ਚਾਲੂ ਕਰਨ ਤੋਂ ਬਾਅਦ ਅਗਲੇ ਸਾਲ ਸਾਡਾ ਬੇਟਿਆਂ ਦੇ ਲਈ ਵੀ, ਬੇਟਾ ਔਰ ਬੇਟੀ ਨੂੰ ਅਸੀਂ ਇੱਕ ਸਮਾਨ ਸਮਝਦੇ, ਲੇਕਿਨ ਬੇਟੀ ਦਾ ਇਹਤਰਾਮ ਤਾਂ ਜ਼ਿਆਦਾ ਹੈ ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈहि ਵਸੱਲਮ ਨੇ ਹੁਕਮ ਦਿੱਤਾ ਕਿ ਬੇਟੀ ਖੁਦਾ ਦੀ ਰਹਿਮਤ ਹੈ ਔਰ ਬੇਟੀ ਜਿਹੜੀ ਹੈ ਪੂਰੀ ਸਮਾਜਿਕ ਵਿਵਸਥਾ ਨੂੰ ਆਪ ਚਲਾਉਣ ਦੇ ਵਿੱਚ ਸਮਰਥ ਹੈ, ਤੇ ਉਹ ਕਰ ਰਹੇ ਪਹਿਲਾਂ। ਔਰ ਅਗਲੇ ਸਾਲ ਅਸੀਂ ਹਬੀਬ ਐਡਵਾਂਸ ਕੰਪਿਊਟਰ ਟ੍ਰੇਨਿੰਗ ਸੈਂਟਰ, ਉਹ ਵੀ ਫੁੱਲ ਚੈਰੀਟੇਬਲ ਹੋਏਗਾ। ਜਿਹੜੇ ਲੜਕੇ +1 2 ਕਰ ਚੁੱਕੇ, BA ਕਰ ਚੁੱਕੇ, ਵਿਹਲੇ ਬੈਠੇ ਨੇ, ਉਹਨਾਂ ਨੂੰ ਫ੍ਰੀ 'ਚ ਗ੍ਰਾਫਿਕਸ ਸਿਖਾਵਾਂਗੇ, ਫ੍ਰੀ 'ਚ ਟੈਲੀ ਦੇ ਕੋਰਸ ਸਿਖਾਵਾਂਗੇ, ਫ੍ਰੀ 'ਚ ਮਾਸ ਕਮਿਊਨੀਕੇਸ਼ਨ ਦੇ ਕੋਰਸ ਸਿਖਾਵਾਂਗੇ ਤਾਂ ਕਿ ਉਹ ਜਿਹੜੇ ਕੋਰਸਿਸ 50 60 70 ਹਜ਼ਾਰ ਲੱਖ ਰੁਪਏ ਦੇ ਕੇ ਸਿੱਖਦੇ ਨੇ ਫਿਰ ਨੌਕਰੀ ਲੱਗਦੇ ਨੇ, ਉਹਨਾਂ ਕੋਲ ਪੈਸੇ ਨਹੀਂ ਹੈ, ਘਰ ਬੈਠੇ ਨੇ, ਉਹ ਕੋਰਸ ਸਿੱਖਣ ਤੇ ਜਾ ਕੇ ਆਪਣਾ ਰੋਜ਼ਗਾਰ ਜਿਹੜਾ ਉਹ ਕਮਾ ਲੈਣ। ਇਹ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ, ਕੋਈ ਹੋਰ ਸੰਸਥਾ ਵੀ ਨਾਲ ਜੁੜੀ ਹੋਈ ਹੈ? ਸੰਸਥਾ ਹੈ ਅਹਿਰਾਰ ਫਾਊਂਡੇਸ਼ਨ। ਅਹਿਰਾਰ ਆਜ਼ਾਦੀ ਘੁਲਾਟੀਆਂ ਦੀ ਇੱਕ ਪਾਰਟੀ ਹੈ। ਅਸੀਂ ਭਾਰਤ ਦੀ ਜੰਗ ਆਜ਼ਾਦੀ 'ਚ 1929 ਤੋਂ ਲੈ ਕੇ 1947 ਤੱਕ ਲਗਾਤਾਰ ਕੰਮ ਕੀਤਾ, ਜੇਲ੍ਹਾਂ ਕੱਟੀਆਂ, ਸਰਦਾਰ ਭਗਤ ਸਿੰਘ ਹੋਰਾਂ ਦਾ ਸਾਥ ਦਿੱਤਾ, ਸਰਦਾਰ ਕਿਸ਼ਨ ਸਿੰਘ ਹੋਰਾਂ ਨੂੰ ਸਾਥ ਦਿੱਤਾ, ਸੁਭਾਸ਼ ਚੰਦਰ ਬੋਸ ਦੇ ਨਾਲ ਰਹੇ ਆ, ਜਵਾਹਰ ਲਾਲ ਨਹਿਰੂ ਦੇ ਨਾਲ ਜੇਲ੍ਹਾਂ ਕੱਟੀਆਂ, ਮਾਸਟਰ ਤਾਰਾ ਸਿੰਘ ਔਰ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਨਾਲ ਧਰਮਸ਼ਾਲਾ ਜੇਲ੍ਹ 'ਚ ਵਕਤ ਗੁਜ਼ਾਰਿਆ, ਸਤਿਗੁਰੂ ਪ੍ਰਤਾਪ ਸਿੰਘ ਦੇ ਨਾਲ ਸਾਂਝ ਪਾਈ ਹੈ। ਸਾਡੀ ਇਹ ਜਿਹੜੀ ਸੁਸਾਇਟੀ ਹੈ ਮਜਲਿਸ ਅਹਿਰਾਰ ਇਸਲਾਮੀ, ਇਹਦੀ ਜਿਹੜੀ ਚੈਰੀਟੇਬਲ ਸੰਸਥਾ ਅਹਿਰਾਰ ਫਾਊਂਡੇਸ਼ਨ ਜਿਹੜੀ ਹੈ ਉਹਦੇ ਵੱਲੋਂ ਇਹ ਕੰਮ ਕੀਤਾ ਜਾਏਗਾ। ਲੁਧਿਆਣੇ ਦੀ ਸਾਰੀ ਮਸਜਿਦਾਂ ਜਿਹੜੀਆਂ ਉਹ ਇਹਦੇ 'ਚ ਯੋਗਦਾਨ ਪਾਉਣਗੀਆਂ, ਆਪਣਾ ਦਸਵੰਧ ਜਿਹੜਾ ਜ਼ਕਾਤ ਜਿਹਨੂੰ ਅਸੀਂ ਕਹਿੰਦੇ ਉਹ ਇਹਦੇ 'ਚ ਖਰਚ ਕੀਤਾ ਜਾਏਗਾ ਤੇ ਫਿਰ ਉਸੇ ਪੈਸੇ ਦੇ ਨਾਲ ਜਿਹੜਾ ਇਹ ਸਿਸਟਮ ਚੱਲੇਗਾ। ਜੀ, ਕਿੰਨੀ ਲਾਗਤ ਦੇ ਨਾਲ ਖੁੱਲ ਰਿਹਾ ਕਾਲਜ ਔਰ ਕਿੰਨੇ ਏਕੜ ਜ਼ਮੀਨ 'ਚ ਖੁੱਲ ਰਿਹਾ? 3 ਏਕੜ ਜ਼ਮੀਨ ਦੇ ਵਿੱਚ ਸੰਸਥਾਨ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਔਰ ਲਾਗਤ ਜਿਹੜੀ ਹੈ ਇਹਦੀ ਉਹ 10 ਸਤੰਬਰ ਨੂੰ ਬਕਾਇਦਾ ਉੱਥੇ ਡਿਸਪਲੇ ਹੋਏਗਾ। ਇਹਦੀਆਂ ਜਿੰਨੀਆਂ ਬਿਲਡਿੰਗਾਂ ਬਣਨੀਆਂ ਉਹਨਾਂ ਦੇ 3D ਨਕਸ਼ੇ ਔਰ ਉਹਨਾਂ ਦੇ ਆਉਣ ਵਾਲੀ ਲਾਗਤ ਜਿਹੜੀ ਹੈ ਉਹ 10 ਸਤੰਬਰ ਨੂੰ ਜਿਹੜੀ ਹੈ ਉਹ ਦੱਸੀ ਜਾਏਗੀ। ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੀ। ਮੈਨੂੰ ਲੱਗਦਾ ਹੈ ਇਹ ਉਮੀਦ ਮੈਂ ਕਰਦੀ ਹਾਂ ਕਿ ਉਪਰਾਲਾ ਨਿਵੇਕਲੀ ਪਹਿਲ ਜੋ ਤੁਹਾਡੇ ਵੱਲੋਂ ਕੀਤੀ ਜਾਈ ਹੈ ਭਾਈਚਾਰਕ ਸਾਂਝ ਨੂੰ ਵੀ ਵਧਾਵਾ ਦੇਗਾ ਔਰ ਜਿਹੜੀ ਕੁੜੀਆਂ ਅਸਮਰਥ ਰਹਿ ਜਾਂਦੀਆਂ, ਕੋਈ ਫਾਈਨੈਂਸ਼ੀਅਲ ਇਨਸਟੇਬਿਲਿਟੀ ਕਰਕੇ ਪੜ੍ਹਾਈ ਪੂਰੀ ਨਹੀਂ ਕਰ ਪਾਉਂਦੀਆਂ, ਤਾਂ ਉਹਨਾਂ ਲਈ ਬਹੁਤ ਵਧੀਆ ਉਪਰਾਲਾ ਕਿ ਉਹ ਆਪਣੀ ਪੜ੍ਹਾਈ ਦਾ ਸੁਪਨਾ ਪੂਰਾ ਕਰ ਸਕਦੇ ਨੇ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ।
ਸੋ ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਦੇ ਵਿੱਚ ਕੁੜੀਆਂ ਦਾ ਕਾਲਜ ਖੋਲ੍ਹਿਆ ਜਾ ਰਿਹਾ ਔਰ ਇੱਕ ਸੰਸਥਾ ਨਾਲ ਮਿਲ ਕੇ ਖੋਲ੍ਹਿਆ ਜਾ ਰਿਹਾ ਜਿਹਦੇ ਨਾਲ ਕੁੜੀਆਂ ਆ ਕੇ ਪੜ੍ਹ ਸਕਦੀਆਂ ਨੇ ਜਿਨ੍ਹਾਂ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ ਜੋ ਪੜ੍ਹਾਈ ਪੂਰੀ ਨਹੀਂ ਕਰ ਪਾਉਂਦੀਆਂ ਕਈ ਵਾਰ ਮਾਪਿਆਂ ਦੇ ਪ੍ਰੈਸ਼ਰ ਕਰਕੇ ਕਈ ਵਾਰ ਪੈਸੇ ਦੀ ਥੋੜ ਕਾਰਨ ਕਈ ਵਾਰ ਪ੍ਰਾਈਵੇਟ ਕਾਲਜਸ ਦੀ ਫੀਸਾਂ ਬਹੁਤ ਵੱਧ ਹੁੰਦੀਆਂ ਨੇ ਗਵਰਨਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ ਤਾਂ ਬੜੇ ਕਾਰਨ ਹੁੰਦੇ ਨੇ ਕੁੜੀਆਂ ਪੜ੍ਹਾਈ ਨਹੀਂ ਪੂਰੀਆਂ ਕਰ ਪਾਉਂਦੀਆਂ ਪਰ ਇਸ ਕਾਲਜ ਵਿੱਚ ਆ ਕੇ ਤੁਸੀਂ ਦਾਖਲਾ ਲੈ ਸਕਦੇ ਹੋ ਔਰ ਬਹੁਤ ਘੱਟ ਫੀਸਾਂ ਦੇ ਵਿੱਚ ਅਗਲੇ ਸਾਲ ਤੋਂ ਜਦੋਂ ਇਹ ਕਾਲਜ ਖੁੱਲ੍ਹੇਗਾ ਬਹੁਤ ਘੱਟ ਫੀਸ ਦੇ ਵਿੱਚ ਤੁਸੀਂ ਆਪਣੀ ਪੜ੍ਹਾਈ ਦਾ ਸੁਪਨਾ ਪੂਰਾ ਕਰ ਸਕਦੇ ਹੋ। ਇਹ ਸੀ ਅੱਜ ਦੀ ਰਿਪੋਰਟ ਕੈਮਰਾ ਪਰਸਨ ਕਮਲ ਦੇ ਨਾਲ ਜਸਨੂਰ ਤਵਨ ਡੇਲੀ ਪੋਸਟ ਪੰਜਾਬੀ।